फतेह। प्रोग्राम दे इस भाग दे विच तुहाडा फिर जी। सो इस भाग दे विच हमेशा दी तरह तुहाडे नाल रूबरू करवावांगे एक अजिही हस्ती नूं कि समय-समय ते जिवें भी ਅਸੀਂ प्रोग्राम करदे हां, ਉਹਦੇ ਵਿੱਚ ਵੱਖ-ਵੱਖ ਹਸਤੀਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ, ਖਾਸ ਤੌਰ ਤੇ ਜਿਨ੍ਹਾਂ ਦਾ ਸਿੱਖੀ ਦੇ ਪ੍ਰਚਾਰ ਦੇ ਵਿੱਚ ਬਹੁਤ ਅਹਿਮ ਯੋਗਦਾਨ ਹੁੰਦਾ ਹੈ। ਬਹੁਤ ਉਪਰਾਲੇ ਉਹਨਾਂ ਵੱਲੋਂ ਕੀਤੇ ਜਾਂਦੇ ਆ। ਸੋ ਅਜਿਹੀ ਅੱਜ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਸਿੱਖੀ ਦੇ ਲਈ, ਸਿੱਖੀ ਦੇ ਪ੍ਰਚਾਰ ਦੇ ਲਈ ਬਹੁਤ ਸਾਰੀ ਰਿਸਰਚ ਕਰਕੇ ਇੱਕ ਕਿਤਾਬ ਲਿਖੀ ਹੈਗੀ ਆ, ਜਿਹੜੀ ਕਿ ਸਿਰਫ ਪੰਜਾਬੀ ਦੇ ਵਿੱਚ ਨਹੀਂ, ਹੋਰ ਵੀ 5 ਭਾਸ਼ਾਵਾਂ ਦੇ ਵਿੱਚ ਇਹ ਕਿਤਾਬ ਲਿਖੀ ਗਈ ਹੈਗੀ ਹੈ, ਬਹੁਤ ਜ਼ਿਆਦਾ ਮਿਹਨਤ ਕਰਕੇ। ਸੋ ਇਸ ਕਿਤਾਬ ਦਾ ਨਾਮ ਹੈਗਾ ਜੀ ਨਾਨਕ ਨਾਮ ਸੰਤੋਖੀਆ। ਸੋ ਇਸਦੇ ਰਚੇਤਾ ਨੇ ਸਤਪਾਲ ਸਿੰਘ ਜੀ, ਤੇ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮੌਜੂਦ ਨੇ। ਉਹਨਾਂ ਨੂੰ ਫਤਿਹ ਦੀ ਸਾਂਝ ਪਾਉਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਇਸ ਚੈਨਲ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ ਇਹ ਕਿਤਾਬ ਬਾਰੇ ਦੱਸਣ ਦਾ। ਜੀ, ਬਹੁਤ-ਬਹੁਤ ਧੰਨਵਾਦ ਸਤਪਾਲ ਸਿੰਘ ਜੀ, ਤੁਸੀਂ ਆਏ ਹੋ ਤੇ ਸਾਨੂੰ ਵੀ ਮੌਕਾ ਮਿਲਿਆ ਕਿ ਸਾਡੇ ਦਰਸ਼ਕਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਵਾ ਸਕੀਏ। ਇਸ ਅਨਮੁੱਲੇ ਜਿਹੜਾ ਖਜ਼ਾਨਾ ਹੈਗਾ ਤੁਹਾਡੇ ਕੋਲ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾ ਸਕੀਏ। ਕਿਉਂਕਿ ਇੱਕ ਚੀਜ਼ ਮੈਨੂੰ ਬਹੁਤ ਇੰਟਰਸਟਿੰਗ ਲੱਗੀ ਕਿ ਤੁਸੀਂ ਜਿਹੜੀ ਕਿਤਾਬ ਲਿਖੀ ਹੈਗੀ ਆ, ਪਹਿਲੀ ਗੱਲ ਤਾਂ ਇਹ ਹੈਗੀ ਕਿ ਗੁਰਬਾਣੀ ਦੇ ਪ੍ਰਚਾਰ ਵਾਸਤੇ, ਸਾਡੇ ਗੁਰੂਆਂ ਦੀ ਬਾਣੀ ਦਾ ਪ੍ਰਚਾਰ ਤੁਸੀਂ ਕਰ ਰਹੇ ਹੋ ਤੇ ਆਪਣੇ ਢੰਗ ਦੇ ਨਾਲ, ਇੱਕ ਨਿਵੇਕਲੇ ਢੰਗ ਦੇ ਨਾਲ ਤੁਸੀਂ ਕਰ ਰਹੇ ਹੋ। ਸਭ ਤੋਂ ਪਹਿਲਾਂ ਤਾਂ ਤੁਹਾਡੇ ਬਾਰੇ ਜਿਹੜੀ ਥੋੜੀ ਬਹੁਤ ਜਾਣਕਾਰੀ ਜਿਹੜੀ ਸਾਡੇ ਦਰਸ਼ਕਾਂ ਨੂੰ ਮੈਂ ਦੇ ਦਿਆਂ ਕਿ ਇਹਨਾਂ ਦਾ ਜਿਹੜਾ ਜਨਮ ਹੈਗਾ ਪਾਕਿਸਤਾਨ, ਪੰਜਾਬ ਦੇ ਵਿੱਚ ਹੋਇਆ ਹੈਗਾ, ਪਰ ਉੱਥੇ ਚਾਹੇ ਇਹਨਾਂ ਨੇ ਉੱਥੇ ਵੀ ਪੜ੍ਹਾਈ ਕੀਤੀ, ਉਸ ਤੋਂ ਬਾਅਦ ਜਰਮਨੀ ਵੀ 5 ਸਾਲ ਰਹੇ ਨੇ। ਸੋ ਡਿਟੇਲ ਦੇ ਵਿੱਚ ਸਤਪਾਲ ਸਿੰਘ ਸਾਨੂੰ ਦੱਸਣਗੇ ਕਿ ਤੁਹਾਡਾ ਜਿਹੜਾ ਹੁਣ ਤੱਕ ਦਾ ਸਫ਼ਰ ਕਿਹੋ ਜਿਹਾ ਰਿਹਾ। ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਆਪਣੀ ਕਿਤਾਬ ਦੇ ਵੱਲ ਵਧਦੇ ਆ ਜੀ। ਐਕਚੁਅਲੀ ਮੈਂ ਜਿਸ ਵੇਲੇ ਬਹੁਤ ਛੋਟਾ ਸੀ, ਸਮਝੋ ਕਿ ਜੰਮਿਆ ਹੀ ਸੀਗਾ, ਤੇ ਉਸ ਵੇਲੇ ਮੈਂ ਜੰਮਿਆ ਪਾਕਿਸਤਾਨ ਹੀ ਸੀ, ਤੇ ਉਸ ਤੋਂ ਬਾਅਦ ਮੈਂ ਆ ਕੇ ਮੇਰੀ ਪੜ੍ਹਾਈ ਸਾਰੀ ਇੰਡੀਆ 'ਚ ਹੋਈ ਹੈ। ਪ੍ਰਾਇਮਰੀ, ਹਾਈ ਸਕੂਲ, ਕਾਲਜ ਮੈਂ ਲਾਇਲਪੁਰ ਖਾਲਸਾ ਕਾਲਜ ਜਲੰਧਰ 'ਚ ਪੜ੍ਹਿਆ, ਤੇ ਮੈਂ ਉਸ ਤੋਂ ਬਾਅਦ ਉੱਥੇ ਮੈਂ ਡਿਗਰੀ ਕੀਤੀ ਹਾਸਲ, ਆਪਣੇ ਗ੍ਰੈਜੂਏਸ਼ਨ, ਤੇ ਫਿਰ ਮੈਂ ਚਲਾ ਗਿਆ ਜਰਮਨੀ 'ਚ। ਤੇ ਜਰਮਨੀ ਦੇ ਵਿੱਚ ਮੈਂ ਆਪਣੇ ਉੱਥੇ ਮੇਰੀ 5 ਸਾਲ ਮੈਂ ਰਿਹਾ, ਔਰ ਮੇਰੇ 5 ਸਾਲ ਰਹਿਣ ਦੇ ਦੌਰਾਨ ਮੈਂ ਮਤਲਬ ਉੱਥੇ ਇਹ ਮਹਿਸੂਸ ਕੀਤਾ ਕਿ ਉੱਥੋਂ ਦੇ ਲੋਕ ਜਿਹੜੇ ਜਰਮਨ, ਉਹ ਵੀ ਜਿਹੜੇ ਸਾਡੇ ਆਪਣੇ ਬੰਦੇ, ਜਿਹੜੇ ਆਪਣੇ ਪੰਜਾਬੀ, ਸਪੈਸ਼ਲੀ ਸਿੱਖ ਕਮਿਊਨਿਟੀ ਜਿਹੜੀ ਉੱਥੇ ਰਹਿੰਦੀ ਹੈ, ਉਹ ਗੁਰਬਾਣੀ ਦੇ ਬਾਰੇ ਜਾਣਨ ਦੀ ਇੱਛੁਕ ਹੈ ਬਹੁਤ ਜ਼ਿਆਦਾ। ਖਾਸ ਤੌਰ ਤੇ ਉੱਥੇ ਦੇ ਜਰਮਨ ਦੇ ਜਿਹੜੇ ਓਰੀਜਨਲ ਲੋਕ ਨੇ, ਉਹ ਵੀ ਜਾਣਨਾ ਚਾਹੁੰਦੇ ਨੇ ਸਿੱਖੀਜ਼ਮ ਬਾਰੇ, ਕਿਉਂਕਿ ਉਹਨਾਂ ਨੂੰ ਬੜਾ ਸ਼ੌਂਕ ਹੁੰਦਾ ਹੈ ਜਿਹੜੇ ਬਾਹਰਲੇ ਧਰਮਾਂ ਬਾਰੇ, ਦੂਸਰੇ ਧਰਮਾਂ ਬਾਰੇ ਜਾਣਨ ਦਾ ਸ਼ੌਂਕ। ਔਰ ਮੋਰ ਓਵਰ ਜਿਹੜੇ ਉੱਥੋਂ ਦੀ ਸਿੱਖ ਜਿਹੜੀ ਕਮਿਊਨਿਟੀ ਹੈ, ਪੰਜਾਬੀ ਕਮਿਊਨਿਟੀ ਜਿਹੜੀ ਕਈ ਸਾਲਾਂ ਤੋਂ ਉੱਥੇ ਰਹਿ ਰਹੀ ਸੀ, ਇਹ ਬੜੀ ਪੁਰਾਣੀ ਗੱਲ ਹੈ। ਇਟ ਇਜ਼ 1970 ਦੀ ਗੱਲ ਹੈ ਜਦੋਂ ਮੈਂ ਉੱਥੇ ਸੀਗਾ, ਤੇ ਮੈਂ 75 ਵਿੱਚ ਆ ਗਿਆ, ਤੇ ਮੈਂ ਥੋੜ੍ਹਾ ਮਹਿਸੂਸ ਕੀਤਾ ਕਿ ਉੱਥੇ ਦੇ ਜਿਹੜੇ ਬੱਚੇ ਨੇ, ਸਾਡੀ ਜਿਹੜੀ ਸਿੱਖਾਂ ਦੇ ਬੱਚੇ ਨੇ ਜਾਂ ਪੰਜਾਬੀਆਂ ਦੇ ਬੱਚੇ ਨੇ, ਉਹਨਾਂ ਨੂੰ ਸਿੱਖ ਧਰਮ ਬਾਰੇ ਨਹੀਂ ਬਹੁਤਾ ਪਤਾ, ਕਿਉਂਕਿ ਉਹਨਾਂ ਦਾ ਕਲਚਰ ਡਿਫਰੈਂਟ ਹੋ ਜਾਂਦਾ ਹੈ ਨਾ। ਜਿਵੇਂ ਕੋਈ ਕਿਸੇ ਕੰਟਰੀ 'ਚ ਰਹਿੰਦਾ ਹੈ, ਉਹ ਉੱਥੋਂ ਦਾ ਕਲਚਰ ਅਡਾਪਟ ਕਰ ਜਾਂਦਾ ਹੈ। ਤੋ ਮੇਰੇ ਦਿਲ 'ਚ ਉਦੋਂ ਦੀ ਬੜੀ ਇੱਕ ਤ੍ਰਿਸ਼ਨਾ ਸੀਗੀ ਕਿ ਕਿਸੇ ਤਰੀਕੇ ਨਾਲ ਮੈਂ ਨਾ ਇਹ ਐਸੀ ਕੋਈ ਕਿਤਾਬ ਲਿਖਾਂ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਇੱਥੋਂ ਦੇ ਬੱਚੇ, ਸਾਡੇ ਬੱਚੇ, ਪੰਜਾਬੀ ਬੱਚੇ, ਇੰਡੀਅਨ ਬੱਚੇ ਇਸ ਗੁਰਬਾਣੀ ਬਾਰੇ, ਸਿੱਖੀਜ਼ਮ ਬਾਰੇ ਜਾਣ ਸਕਣ। ਕਿਉਂਕਿ ਜੇ ਉਹਨਾਂ ਦੀ ਆਪਣੀ ਭਾਸ਼ਾ 'ਚ ਲਿਖਾਂਗੇ, ਜੇ ਜਰਮਨ ਭਾਸ਼ਾ 'ਚ ਲਿਖਾਂਗੇ, ਤੇ ਉਹ ਜ਼ਿਆਦਾ ਉਹਨਾਂ ਨੂੰ ਜ਼ਿਆਦਾ ਜਲਦੀ ਸਮਝ ਆ ਜਾਏਗੀ ਬਨਿਸਬਤ ਅਸੀਂ ਪੰਜਾਬੀ ਦੇ ਲਿਖਦੇ ਹਾਂ ਜਾਂ ਇੰਗਲਿਸ਼। ਕਿਉਂਕਿ ਇਹ ਜਿਹੜੇ ਮੁਲਕ ਨੇ, ਜਿਹੜੇ ਯੂਰਪੀਅਨ ਮੁਲਕ ਨੇ, ਇੱਥੇ ਜ਼ਿਆਦਾ ਇਹ ਆਪਣੀ ਭਾਸ਼ਾ ਪੜ੍ਹਦੇ ਨੇ, ਕਿਉਂਕਿ ਇੰਗਲਿਸ਼ ਦਾ ਤਾਂ ਨੋ ਡਾਊਟ ਬਹੁਤ ਵਾਸਟ ਇਹਨਾਂ ਦਾ ਹੈਗਾ ਏਰੀਆ, ਜਿਵੇਂ ਸਾਰਾ ਮਤਲਬ ਈਵਨ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਤੁਹਾਡੇ ਨਿਊਜ਼ੀਲੈਂਡ, ਇੰਗਲੈਂਡ ਤਾਂ ਹੈ ਹੀ ਹੈ। ਇੱਥੇ ਤਾਂ ਇੰਗਲਿਸ਼ ਤਾਂ ਚੱਲਦੀ ਹੈ, ਲੇਕਿਨ ਯੂਰਪ ਦੇ ਮੁਲਕਾਂ ਦੇ ਵਿੱਚ ਉੱਥੇ ਇੰਗਲਿਸ਼ ਬਹੁਤੀ ਨਹੀਂ ਚੱਲਦੀ, ਤੇ ਉੱਥੇ ਉਹਨਾਂ ਦੀ ਮੁਲਕ ਉਹ ਆਪਣੇ ਜਿਹੜੇ ਉਹ ਆਪਣੀ ਲੈਂਗੁਏਜ ਪੜ੍ਹਦੇ ਨੇ ਜ਼ਿਆਦਾ।
ਫਿਰ ਮੇਰੇ ਦਿਲ ਵਿੱਚ ਜੀ ਸੀਗਾ ਕਿ ਮੈਂ ਮਤਲਬ ਇਹਨਾਂ ਦੀ ਭਾਸ਼ਾ ਦੇ ਵਿੱਚ ਹੀ ਗੁਰਬਾਣੀ ਦੀ ਮਤਲਬ ਟਰਾਂਸਲੇਸ਼ਨ ਕਰਾਂ ਤੇ ਇਹਨਾਂ ਦੀ ਭਾਸ਼ਾ 'ਚ ਹੀ ਇਹਨਾਂ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ। ਤੇ ਬਿਲਕੁਲ ਦੂਸਰੀ ਗੱਲ ਪਾਲ ਸਿੰਘ ਜੀ, ਤੁਹਾਡੇ ਵੱਲ ਮੈਂ ਦੁਬਾਰਾ ਆਉਂਦੀ ਹਾਂ, ਕਿਉਂਕਿ ਅਸੀਂ ਆਪਣੇ ਦਰਸ਼ਕਾਂ ਨੂੰ ਫਿਰ ਤੋਂ ਦੱਸ ਦਈਏ ਕਿ ਇਹ ਜਿਹੜੀ ਕਿਤਾਬ ਹੈਗੀ ਆ, ਨਾਨਕ ਨਾਮ ਸੰਤੋਖੀ ਆ, 5 ਭਾਸ਼ਾਵਾਂ ਦੇ ਵਿੱਚ ਹੈਗੀ ਆ, ਪੰਜਾਬੀ, ਇੰਗਲਿਸ਼, ਹਿੰਦੀ, ਜਰਮਨ ਅਤੇ ਇਟਾਲੀਅਨ ਦੇ ਵਿੱਚ। ਸੋ ਤੁਸੀਂ ਦੱਸਿਆ ਹੈਗਾ ਕਿ ਪੰਜਾਬੀ 'ਚ ਤਾਂ ਚਲੋ ਅਸੀਂ ਕੋਈ ਵੀ ਕਿਤਾਬ, ਤੁਸੀਂ ਇਸ ਟਾਈਮ ਕਿਤਾਬ ਹੀ ਦਿਖਾ ਰਹੇ ਹੋ ਕਿ ਜਿਹੜਾ ਦਾ ਮੁੱਖ ਪੰਨਾ ਹੈਗਾ, ਫਰੰਟ ਜਿਹੜਾ ਤੁਸੀਂ ਦਿਖਾ ਰਹੇ ਹੋ ਕਿਤਾਬ ਦਾ। ਸੋ ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗੀ ਕਿ ਤੁਸੀਂ ਉਹਦੇ ਅੰਦਰਲੇ ਜਿਹੜੇ ਸਫ਼ੇ ਹੈਗੇ ਆ ਉਹ ਵੀ ਜ਼ਰੂਰ ਦਰਸ਼ਕਾਂ ਨੂੰ ਦਿਖਾਓ ਕਿ ਕਿਸ ਤਰੀਕੇ ਨਾਲ ਤੁਸੀਂ ਇਹ ਕਿਤਾਬ ਜਿਹੜੀ ਹੈਗੀ ਆ ਦਰਸ਼ਕਾਂ ਤੱਕ ਲੈ ਕੇ ਆਣੀ ਹੈਗੀ ਆ। ਸੋ ਪੰਜਾਬੀ, ਇੰਗਲਿਸ਼, ਹਿੰਦੀ ਦੇ ਵਿੱਚ ਤਾਂ ਅਸੀਂ ਬਹੁਤ ਸਾਰੀਆਂ ਕਿਤਾਬਾਂ ਦਾ ਟ੍ਰਾਂਸਲੇਸ਼ਨ ਆਮ ਤੌਰ ਤੇ ਦੇਖਦੇ ਹਾਂ। ਸੋ ਇਟਾਲੀਅਨ ਤੇ ਜਰਮਨ ਭਾਸ਼ਾ ਦੇ ਵਿੱਚ ਤੁਸੀਂ ਦੱਸਿਆ ਹੈਗਾ ਤੁਸੀਂ ਚਾਹੁੰਦੇ ਸੀਗੇ ਕਿ ਉੱਥੋਂ ਦੇ ਜਿਹੜੇ ਬੱਚੇ ਨੇ, ਉੱਥੋਂ ਦੀ ਜਿਹੜੇ ਉੱਥੇ ਪੜ੍ਹੇ ਲਿਖੇ ਨੇ, ਜਿਨ੍ਹਾਂ ਨੂੰ ਖਾਸ ਤੌਰ ਤੇ ਉਹ ਆਪਣੀ ਭਾਸ਼ਾ ਲੱਗਦੀ ਆ, ਸੋ ਉਸ ਭਾਸ਼ਾ ਦੇ ਵਿੱਚ ਵੀ ਉਹ ਜਿਹੜਾ ਗੁਰਬਾਣੀ ਨੂੰ ਸਮਝ ਸਕਣ, ਉਹ ਜਿਹੜੀ ਗੁਰੂਆਂ ਦਾ ਜਿਹੜਾ ਮੈਸੇਜ ਹੈਗਾ ਉਹ ਤੱਕ ਵੀ ਪਹੁੰਚ ਸਕੇ। ਸੋ ਇੱਕ ਬਹੁਤ ਵਧੀਆ ਉਪਰਾਲਾ ਹੈ। ਦਿੱਲੀ ਦੇ ਵਿੱਚ ਤੁਸੀਂ 5 ਸਾਲ ਰਹੇ ਹੋ, ਇਟਾਲੀਅਨ ਭਾਸ਼ਾ ਦੇ ਵਿੱਚ ਦੇਖਣ ਦਾ ਸਬਬ ਕਿਵੇਂ ਬਣਿਆ? ਪਰ ਉਹ ਇਸ ਤਰੀਕੇ ਨਾਲ ਹੈਗਾ ਕਿ ਉਹ ਦੇਖੋ ਜਿਹੜੇ ਈਵਨ ਇੰਡੀਆ ਦੇ ਵਿੱਚ ਵੀ ਸਾਰੇ ਮਤਲਬ ਭਾਸ਼ਾਵਾਂ ਸਿਖਾ ਰਹੇ ਨੇ। ਇਟਲੀ 'ਚ ਮੈਂ ਜੀ ਨਹੀਂ ਗਿਆ, ਮੈਂ ਵੈਸੇ ਗਿਆ ਮੈਂ ਸਾਰੇ ਯੂਰਪ ਵਿੱਚ ਹਾਂ, ਮਤਲਬ ਜਰਮਨ ਦੇ ਵਿੱਚ ਰਿਹਾ 5 ਸਾਲ, ਨਾਲ ਇਟਲੀ, ਬੈਲਜੀਅਮ, ਸਾਰੇ ਪਾਸੇ ਮੈਂ ਗਿਆ। ਲੇਕਿਨ ਇੱਕ ਚੀਜ਼ ਹੈ ਕਿ ਕਿਉਂਕਿ ਜਿਹੜੇ ਵੀ ਕੰਟਰੀ ਦੀ ਤੁਸੀਂ ਚਾਹੋ ਤੁਸੀਂ ਇੰਡੀਆ ਦੇ ਵਿੱਚ ਟਰਾਂਸਲੇਸ਼ਨ ਕਰਵਾ ਸਕਦੇ, ਬਟ ਯੂ ਹੈਵ ਟੂ ਵਰਕ ਹਾਰਡ, ਮਤਲਬ ਜੀ ਜ਼ਿਆਦਾ ਕਰਨਾ ਦਾ ਕੰਮ, ਅਦਰਵਾਈਜ਼ ਹੋ ਜਾਂਦਾ। ਤੇ ਜਰਮਨ ਤਾਂ ਖੈਰ ਪ੍ਰੋਬਲਮ ਨਹੀਂ ਹੋਈ, ਇਟਾਲੀਅਨ ਲੈਂਗੁਏਜ ਦੀ ਹੋਈ ਹੈ, ਲੇਕਿਨ ਉਹ ਵੀ ਮੈਂ ਮਤਲਬ ਕਿ ਉੱਥੇ ਮੈਨੇਜ ਕਰ ਲਿਆ। ਤੇ ਦੂਜੀ ਗੱਲ ਜੀ ਇਹ ਹੈਗੀ ਕਿ ਜਦੋਂ ਆਪਾਂ ਕਿਸੇ ਵੀ ਲੈਂਗੁਏਜ ਵਿੱਚ ਕਰਦੇ ਹਾਂ ਤੇ ਤੁਹਾਨੂੰ ਕਈ ਮਤਲਬ ਜਿਵੇਂ ਹੁਣ ਫਰਕ ਕੀਤਾ, ਜਿਵੇਂ ਜਰਮਨ ਲੈਂਗੁਏਜ ਸੀ, ਉਹ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੈੱਡ ਆਫ ਦਾ ਡਿਪਾਰਟਮੈਂਟ ਜਰਮਨ ਲੈਂਗੁਏਜ ਨਾਲ ਮੈਂ ਗੱਲ ਕੀਤੀ ਤੇ ਹੀ ਜੀ ਵਾਸ ਵੈਰੀ ਹੈਪੀ। ਉਹ ਕਹਿੰਦੇ ਨੇ ਤੁਸੀਂ ਇਹ ਕਰੋ ਤਾਂ ਬਹੁਤ ਅੱਛਾ। ਫਿਰ ਉਹਨਾਂ ਨੇ ਮੇਰੀ ਬੜੀ ਮਦਦ ਕੀਤੀ ਕਿਉਂਕਿ ਇਹ ਕਿਤਾਬ ਜਿਹੜੀ ਇਹ ਬਹੁਤ ਮਿਹਨਤ ਨਾਲ ਔਰ ਬੜੇ ਲੋਕਾਂ ਦੀ ਮਦਦ ਨਾਲ ਹੋਈ ਹੈ, ਕਿਉਂਕਿ ਕਈ ਵਿੱਚ ਸਕਾਲਰ ਆਏ ਨੇ ਕਈ। ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਮੇਨ ਚੀਜ਼ ਦੱਸਣੀ ਚਾਹਨਾ, ਉਹ ਇਹ ਐਸੀ ਪਹਿਲੀ ਕਿਤਾਬ ਹੈ ਜਿਹੜੀ ਗੁਰਬਾਣੀ ਨੂੰ ਪਿਕਚਰਾਂ ਥਰੂ ਡਿਪਿਕਟ ਕੀਤਾ। ਮਤਲਬ ਜਿਵੇਂ ਹੁਣ ਮੈਂ ਤੁਹਾਨੂੰ ਦੱਸਾਂਗਾ ਇਹਦੇ ਵਿੱਚ ਜਿਵੇਂ ਮਤਲਬ ਐਸੀਆਂ ਮਤਲਬ ਜਿਹੜੀ ਜਿਵੇਂ ਇਹ ਇੱਦਾਂ ਹੈ ਕਿ ਮੈਂ ਤੁਹਾਨੂੰ ਹੁਣ ਥੋੜਾ ਸਮਝਾ ਦਿੰਦਾ। ਇਹ ਸਮਝੋ ਜਿਵੇਂ ਇਹ ਇੱਕ ਤਸਵੀਰ ਹੈ, ਇਹ ਇਹਦਾ ਹੈ ਸ਼ਲੋਕ ਥੱਲੇ ਹੈ ਬਾਲ ਜਵਾਨੀ ਔਰ ਬਿਰਧਪਨ तीन अवस्था जान को नानक हर भजन बिन बिरथा साभिमान। ਇਸ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਲੋਕ ਹੈ। ਦੇਖੋ ਇਹਦੇ 'ਚ ਇਸ ਸ਼ਲੋਕ ਦੇ ਵਿੱਚ ਉਹ ਤਸਵੀਰ ਬਣਾਈ ਹੈ ਬੱਚੇ ਦੀ ਹੈ, ਜਵਾਨ ਦੀ ਹੈ ਤੇ ਬਿਰਧ ਆਦਮੀ ਦੀ ਹੈ। ਔਰ ਇਹਦੇ 'ਚ ਇੱਕ ਉੱਤੇ ਤੁਕ ਲਿਖੀ ਹੈ, ਥੱਲੇ ਉਹ ਪੰਜਾਬੀ 'ਚ ਹੈ, ਥੱਲੇ ਰੋਮਨ ਲੈਂਗੁਏਜ ਆਪਣੀ ਇੰਗਲਿਸ਼ ਵਿੱਚ ਲਿਖੀ ਹੈ ਤੇ ਉਸ ਤੋਂ ਥੱਲੇ ਪੰਜਾਬੀ 'ਚ ਤਰਜਮਾ ਕੀਤਾ ਹੈ। ਔਰ ਇਸ ਸਾਈਡ ਤੇ ਇੰਗਲਿਸ਼ ਹੈ ਤੇ ਫਿਰ ਥੱਲੇ ਜਰਮਨ ਹੈ ਤੇ ਫਿਰ ਇਟਾਲੀਅਨ ਤੇ ਹਿੰਦੀ, 5 ਭਾਸ਼ਾਵਾਂ ਵਿੱਚ ਹੈ। ਔਰ ਤੁਸੀਂ ਹੈਰਾਨ ਹੋਵੋਗੇ ਕਿ ਇਹ ਜਿਹੜੀਆਂ ਤਸਵੀਰਾਂ ਨੇ ਇਹਦੇ 'ਚ 40 ਤਸਵੀਰਾਂ ਨੇ। ਉਹ 40 ਦੀਆਂ 40 ਤਸਵੀਰਾਂ ਮੈਂ ਖੁਦ ਪੇਂਟ ਕੀਤੀਆਂ ਨੇ। ਔਰ ਬਿਲਕੁਲ ਇਸੇ ਗੱਲ ਤੇ ਮੈਂ ਤੁਹਾਡੇ ਨਾਲ ਅਗਲੀ ਗੱਲ ਇਹੀ ਆ ਰਹੀ ਸੀਗੀ ਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਤੁਹਾਨੂੰ ਚਿੱਤਰਕਾਰੀ ਦਾ ਵੀ ਸ਼ੌਂਕ ਹੈਗਾ ਕਿ ਤੁਸੀਂ ਚਲੋ ਹਾਰੀ ਤਾਂ ਹੈਗੀ ਹੋ, ਚਿੱਤਰਕਾਰੀ ਵੀ ਤੁਸੀਂ ਬਹੁਤ ਸੋਹਣੀ ਕਰਦੇ ਹੋ। ਇਹ ਤੁਹਾਨੂੰ ਸ਼ੌਂਕ ਕਿਵੇਂ ਪਿਆ ਤੇ ਜਿਹੜੀ ਇਸ ਕਿਤਾਬ ਦੇ ਵਿੱਚ ਜਿੰਨੀਆਂ ਵੀ ਪਿਕਚਰਸ ਨੇ ਤੁਸੀਂ ਖੁਦ ਚਿੱਤਰਕਾਰੀ ਕਰਕੇ ਤੁਸੀਂ ਇਸ ਕਿਤਾਬ ਦੇ ਵਿੱਚ ਛਾਪੀਆਂ ਨੇ? ਉਹ ਇਸ ਤਰੀਕੇ ਨਾਲ ਕਿ ਦੇਖੋ ਕੋਈ ਵੀ ਸ਼ੌਂਕ ਉਹ ਬਚਪਨ ਤੋਂ ਹੀ ਹੁੰਦਾ ਹੈ। ਉਹ ਕੁਦਰਤੀ, ਜਿਵੇਂ ਮੇਰਾ ਇੱਕ ਬਚਪਨ ਦਾ ਹੀ ਸ਼ੌਂਕ ਸੀ, ਮੈਂ ਚਿੱਤਰਕਾਰੀ ਕਰਦਾ ਸੀ। ਬੱਚਾ ਆਪਣੇ ਹਿਸਾਬ ਨਾਲ ਕਰਦਾ ਹੈ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਬੰਦਾ ਵੱਡਾ ਹੁੰਦਾ ਉਸ ਤੋਂ ਬਾਅਦ ਫਿਰ ਉਹਦੀ ਮਤਲਬ ਥੋੜੀ ਡਿਵੈਲਪਮੈਂਟ ਹੋ ਜਾਂਦੀ ਹੈ ਤੇ ਚਿੱਤਰਕਾਰੀ ਕਰਦਾ ਸੀ। ਔਰ ਉਸ ਤੋਂ ਬਾਅਦ ਜਿਸ ਵੇਲੇ ਫਿਰ ਅਸੀਂ ਜਦੋਂ ਕਾਲਜ ਵਿੱਚ ਗਏ ਉਸ ਵੇਲੇ ਬੜੇ ਸਾਡੇ ਆਪਣੇ ਗੀਤ ਗਜ਼ਲਾਂ ਵੀ ਲਿਖਣੀਆਂ, ਜਿਵੇਂ ਇੱਕ ਨੈਚੁਰਲ ਪ੍ਰੋਸੈਸ ਹੁੰਦਾ। ਬੰਦਾ ਜਵਾਨ ਹੁੰਦਾ ਫਿਰ ਗ੍ਰਸਤ ਚਲੇ ਗਏ ਤੇ ਉਹ ਜਿਹੜੀਆਂ ਚੀਜ਼ਾਂ ਸੀ ਸਾਰੀਆਂ ਉਹ ਥੋੜ੍ਹੀਆਂ ਜਿਹੀਆਂ
ਥੋੜ੍ਹੀਆਂ ਸਪਰੈਸ ਹੋ ਗਈਆਂ ਜਿੰਨੀ ਦੇਰ ਗ੍ਰਸਤ ਰਿਹਾ। ਫਿਰ ਜਦੋਂ ਮੇਰਾ ਫਾਈਨਾਂਸ ਦਾ ਕੰਮ ਹੋਇਆ ਜਰਮਨ ਤੋਂ ਬਾਅਦ, ਮੈਂ ਆ ਕੇ ਫਾਈਨਾਂਸ ਦਾ ਕੰਮ ਕੀਤਾ, ਔਰ ਫਾਈਨਾਂਸ ਦੇ ਕੰਮ ਤੋਂ ਬਾਅਦ ਫਿਰ ਜਦੋਂ ਮੈਂ ਫਿਨਿਸ਼ ਕੀਤਾ, ਉਸ ਤੋਂ ਬਾਅਦ ਫਿਰ ਮੈਂ ਮਤਲਬ ਇਹ ਆਪਣੀ ਕਿਤਾਬ ਛਪਾਈ। ਇਹ 5 ਸਾਲ ਇਹਦੇ ਤੇ ਲੱਗੇ ਨੇ। ਇਟ ਇਜ਼ ਵੈਰੀ ਗੁੱਡ ਬੁੱਕ, ਕਿਉਂਕਿ ਮੇਰੀ ਇਹਦੇ 'ਚ ਬਹੁਤ ਲੋਕਾਂ ਨੇ ਹੈਲਪ ਕੀਤੀ ਹੈ। ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗੁਰੂ ਨਾਨਕ ਯੂਨੀਵਰਸਿਟੀ ਦੇ ਜਿਹੜੇ ਹੈੱਡ ਆਫ ਦਾ ਡਿਪਾਰਟਮੈਂਟ ਨੇ ਕੀਤੀ ਹੈ, ਆਪਣੇ ਕਈ ਚਿੱਤਰਕਾਰਾਂ ਨੇ, ਕਿਉਂਕਿ ਮੈਂ ਪ੍ਰੋਫੈਸ਼ਨਲ ਤਾਂ ਸੀ ਨਹੀਂ, ਲੇਕਿਨ ਮੇਰੇ ਕਈ ਦੋਸਤ ਸੀਗੇ। ਉਹਨੂੰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਜਿਹੜੇ ਮੇਰੇ ਦੋਸਤ ਬਹੁਤ ਬਹੁਤ ਵੱਡੇ, ਅਗਰ ਤੁਸੀਂ ਉਹਨਾਂ ਦੇ ਮਤਲਬ ਸੋਚੋਗੇ, ਤੁਸੀਂ ਕਹੋਗੇ ਵਾਕਈ ਇਹਨਾਂ ਦਾ ਬੜਾ ਅੱਛਾ ਦਾਇਰਾ ਰਿਹਾ। ਤੁਸੀਂ ਇੱਥੇ ਲੰਡਨ ਇੰਗਲੈਂਡ ਦੇ ਵਿੱਚ ਹੀ ਹੈਗੇ ਨੇ ਅਮਰਜੀਤ ਚੰਦਨ, ਉਹ ਰਾਈਟਰ ਵੀ ਨੇ ਤੇ ਬੜੇ ਪੋਇਟ ਬਹੁਤ ਵਧੀਆ ਨੇ। ਤੇ ਉਹਨਾਂ ਦੇ ਨਾਲ ਮੇਰੇ ਅਸੀਂ ਕਾਲਜ ਵਿੱਚ ਸੰਬੰਧ ਸੀ, ਅਸੀਂ ਇਕੱਠੇ ਜਾਣਾ ਸੀ ਕਾਲਜਾਂ 'ਚ, ਤੇ ਆਪਣਾ ਅਸੀਂ ਮਤਲਬ ਟਰੋਫੀਆਂ ਵੀ ਜਿੱਤੀਆਂ ਇਹ ਉਹ। ਅੱਛਾ, ਫਿਰ ਤੁਸੀਂ ਹੈਰਾਨ ਹੋ ਜਾਓਗੇ, ਸ਼ਿਵ ਕੁਮਾਰ ਬਟਾਲਵੀ ਜੀ, ਔਰ ਜਿਨ੍ਹਾਂ ਦੀ ਮਤਲਬ ਇਸ ਵੇਲੇ ਦੁਨੀਆ 'ਚ ਬੜੀ ਮਹਾਨਤਾ ਹੈ, ਉਹ ਵੀ ਅਸੀਂ ਇੱਕ ਸਟੇਜ ਤੇ ਹੀ ਸਾਂਝੇ ਕੀਤੇ ਸੀਗੇ। ਅਸੀਂ ਮਤਲਬ ਖਾਲਸਾ ਕਾਲਜ ਆਏ ਸੀਗੇ। ਅੱਛਾ, ਫਿਰ ਆਪਣੇ ਕਈ ਹੋਰ ਜਿਵੇਂ ਆਪਣੇ ਡਾਕਟਰ ਜਿਹੜੇ ਅਜੀਤ ਦੇ ਜਿਹੜੇ ਹਮਦਰਦ ਜੀ ਨੇ, ਇਹ ਵੀ ਮੇਰੇ ਕਲਾਸ ਫੈਲੋ ਰਹੇ ਨੇ ਮੇਰੇ ਸੀ। ਮਤਲਬ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਉਹਨਾਂ ਲੋਕਾਂ ਦੇ ਮਤਲਬ ਜਿਨ੍ਹਾਂ ਦੇ ਮੈਂ ਸੰਪਰਕ ਵਿੱਚ ਰਿਹਾ। ਸਰਦਾਰ ਇਕਬਾਲ ਸਿੰਘ ਜੀ ਜਿਹੜੇ ਗਵਰਨਰ ਸੀਗੇ ਆਪਣੇ ਪੰਡੀਚੇਰੀ ਦੇ, ਉਹ ਵੀ ਮੇਰੇ ਮਤਲਬ ਵੀ ਸਾਡੇ ਪ੍ਰੋਫੈਸਰ ਰਹੇ ਨੇ ਖਾਲਸਾ ਕਾਲਜ ਵਿੱਚ, ਤੇ ਬੜੀ ਬੰਦਿਆਂ ਨੇ ਮਦਦ ਕੀਤੀ। ਜੀ ਬਿਲਕੁਲ, ਇੱਥੇ ਇਹ ਗੱਲ ਸਮਝ ਦੇ ਵਿੱਚ ਆਉਂਦੀ ਹੈ ਕਿ ਸੰਗਤ ਦਾ ਜਿਹੜਾ ਅਸਰ ਹੁੰਦਾ ਉਹ ਕਾਫੀ ਜ਼ਿਆਦਾ ਬੰਦੇ ਤੇ ਪੈਂਦਾ ਹੈਗਾ, ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸੰਗਤ ਦਾ ਰੰਗਤ ਹਮੇਸ਼ਾ ਚੜ੍ਹਦੀ ਆ। ਸੋ ਤੁਸੀਂ ਇੰਨੀ ਜ਼ਿਆਦਾ ਮਿਹਨਤ ਕਰਕੇ ਇੰਨੇ ਜਿਹੜੇ ਤੁਹਾਡੇ ਸਾਥੀ ਰਹੇ ਨੇ, ਕਾਫੀ ਅਹਿਮ ਜਿਹੜਾ ਯੋਗਦਾਨ ਰਿਹਾ ਤੁਹਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ। ਤੇ ਇਸ ਕਿਤਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਚਿੱਤਰਕਾਰੀ ਦੇ ਜ਼ਰੀਏ ਤੁਸੀਂ ਆਪਣੀ ਜਿਹੜੀ ਗੱਲ ਜਿਹੜੀ ਗੁਰਬਾਣੀ ਦੀਆਂ ਤੁਕਾਂ ਦੇ ਰਾਹੀਂ ਜਿਹੜੀ ਗੱਲ ਸਮਝਾਉਣ ਦਾ ਯਤਨ ਕੀਤਾ ਹੈਗਾ। ਕਿੰਨੇ ਗੁਰੂਆਂ ਦੀ ਬਾਣੀ ਇਹਦੇ ਵਿੱਚ ਦਰਜ ਹੈਗੀ ਕਿ ਇਕੱਲੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ? ਨਹੀਂ ਜੀ, ਇਹਦੇ ਵਿੱਚ ਆਪਣੇ ਗੁਰੂ ਨਾਨਕ ਸਾਹਿਬ ਤੋਂ ਇਲਾਵਾ ਹੋਰ ਸਿੱਖ ਗੁਰੂਆਂ ਦੀ ਬਾਣੀ ਹੈਗੀ, ਗੁਰੂ ਤੇਗ ਬਹਾਦਰ ਸਾਹਿਬ ਦੀ, ਤੇ ਹੋਰ ਸਿੱਖ ਗੁਰੂਆਂ ਦੇ ਭਗਤਾਂ ਦੀ ਬਾਣੀ ਹੈਗੀ ਹੈ। ਇਹਦੇ ਵਿੱਚ ਬਾਬਾ ਕਬੀਰ ਜੀ ਦੀ ਹੈ, ਭਗਤ ਰਵਿਦਾਸ ਜੀ ਦੀ ਹੈ, ਬਾਬਾ ਫਰੀਦ ਜੀ ਦੀ ਹੈ, ਬਾਬਾ ਨਾਮਦੇਵ ਜੀ ਦੀ ਹੈ, ਅਤੇ ਹੋਰ ਕਈ ਹੈਗੀਆਂ ਨੇ। ਕਿਉਂਕਿ ਸਾਰਿਆਂ ਦੀਆਂ ਚਿੱਤਰਾਂ ਸਮੇਤ, ਜਿਵੇਂ ਜਿਹੜੀ ਤੁਹਾਨੂੰ ਮੈਂ ਚਿੱਤਰ ਪਹਿਲਾਂ ਦਿਖਾਇਆ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈਗੀ ਹੈ। ਤੇ ਉਹਨਾਂ ਦੇ ਇੱਦਾਂ ਹੀ ਅਸੀਂ ਕਈ ਹੋਰ ਚਿੱਤਰ ਬਣੇ ਹੋਏ ਨੇ, ਬਹੁਤ ਬਿਊਟੀਫੁਲ ਚਿੱਤਰ ਨੇ। ਔਰ ਤੁਸੀਂ ਹੈਰਾਨ ਹੋ ਕਿ 3 ਸਾਲ ਲੱਗੇ ਮੈਨੂੰ ਇਹਨਾਂ ਚਿੱਤਰ ਬਣਾਉਣ ਤੇ ਉਸ ਤੋਂ ਬਾਅਦ ਫਿਰ ਟ੍ਰਾਂਸਲੇਸ਼ਨ ਤੇ ਕਈ ਕੁਝ। ਤੁਸੀਂ ਦੇਖੋ, ਇਹ ਸਾਰੀ ਜਿਹੜੀ ਕਿਤਾਬ ਹੈ ਆਰਟ ਪੇਪਰ ਤੇ ਬਣੀ ਹੈ, ਬਹੁਤ ਬਿਊਟੀਫੁਲ ਆਰਟ ਪੇਪਰ ਇੰਪੋਰਟਡ ਕੀਤਾ ਸਪੈਸ਼ਲੀ ਇਹਦੇ ਵਾਸਤੇ, ਕਿਤਾਬ ਬਣਾਉਣ ਵਾਸਤੇ। ਬਹੁਤ ਵਧੀਆ ਚੀਜ਼ ਹੈਗੀ ਸੀ। ਤੇ ਬੜੇ ਜਿਹੜਾ ਪੰਜਾਬ ਦਾ ਜਿਹੜਾ ਸਭ ਤੋਂ ਅੱਛੀ ਪ੍ਰਿੰਟਿੰਗ ਪ੍ਰੈਸ, ਪ੍ਰਿੰਟ ਵੈਲ ਹੈਗੀ ਸੀ ਜਿਹੜੇ ਸਿੰਘ ਬ੍ਰਦਰ ਵਾਲਿਆਂ ਦੀ, ਉਹਨਾਂ ਨੇ ਪ੍ਰਿੰਟ ਕੀਤੀ ਹੈ। ਔਰ ਮੈਨੂੰ ਬੜੀ ਖੁਸ਼ੀ ਹੋਈ ਇਸ ਕਿਤਾਬ ਦੀ ਜਿਸ ਵੇਲੇ ਇਹਦੀ ਬਣਤਰ ਬਣੀ, ਔਰ ਇਹਦਾ ਜੋ ਕਿ ਇਹਦਾ ਰੰਗ ਰੂਪ ਬਣਿਆ, ਮੈਨੂੰ ਬਹੁਤ ਖੁਸ਼ੀ ਹੋਈ ਹੈ। ਔਰ ਮੈਂ ਇੱਕ ਕਿਸਮ ਦਾ ਇੱਕ ਬਾਬੇ ਦੇ ਚਰਨਾਂ 'ਚ ਇੱਕ ਤੁੱਛ ਜਿਹਾ ਨਾ ਇੱਕ ਆਪਣਾ ਜਿਵੇਂ ਨਾ ਸਮਰਪਣ ਕੀਤਾ। ਪਰ ਮੈਨੂੰ ਬਹੁਤ ਇਸ ਚੀਜ਼ ਨੂੰ ਬਣਾ ਕੇ ਬਹੁਤ ਖੁਸ਼ੀ ਹੋਈ ਹੈ। ਹਾਂਜੀ ਜੀ, ਜੇ ਅਸੀਂ ਗੱਲ ਕਰੀਏ ਕਿ ਜਦੋਂ ਕੋਈ ਕਿਤਾਬ ਅਸੀਂ ਦੇਖਦੇ ਹਾਂ, ਚਾਹੇ ਉਹ ਕਵਿਤਾ ਵਾਲੀ ਕਿਤਾਬ ਹੋਵੇ ਜਾਂ ਕਹਾਣੀਆਂ ਹੋਵੇ, ਉਹਨੂੰ ਲਿਖਣਾ ਜਾਂ ਦੁਨੀਆ ਸਾਹਮਣੇ ਲੈ ਕੇ ਆਉਣਾ ਬਹੁਤ ਇੰਨਾ ਮੁਸ਼ਕਲ ਭਰਿਆ ਕੰਮ ਨਹੀਂ ਹੁੰਦਾ। ਚਲੋ ਮਿਹਨਤ ਤਾਂ ਉਹਦੇ ਤੇ ਵੀ ਲੱਗਦੀ ਆ, ਪਰ ਜਿੱਥੇ ਗੁਰਬਾਣੀ ਦੀ ਗੱਲ ਆਉਂਦੀ ਹੈ ਤਾਂ ਗੁਰਬਾਣੀ ਦੀਆਂ ਤੁਕਾਂ ਨੂੰ ਸ਼ਾਮਲ ਕਰਨਾ ਇੱਕ ਕਿਤਾਬ ਦੇ ਵਿੱਚ, ਉਹਨੂੰ ਉਸ ਤਰੀਕੇ ਨਾਲ ਪੇਸ਼ ਕਰਨਾ, ਸੋ ਇਹਦੇ ਉੱਪਰ ਬਹੁਤ ਜ਼ਿਆਦਾ ਜਿਹੜੀ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ, ਬਹੁਤ ਰਿਸਰਚ ਕਰਨੀ ਪੈਂਦੀ ਆ, ਬਹੁਤ ਜਿਵੇਂ ਆਪਾਂ ਕਹਿੰਦੇ ਕਿ ਪ੍ਰੂਫ ਰੀਡਿੰਗ ਵੀ ਕਰਾਉਣੀ ਪੈਂਦੀ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿੰਨੀ ਕੁ ਮਿਹਨਤ ਤੁਹਾਨੂੰ ਇਹਦੇ ਲਈ ਕਰਨੀ ਪਈ? ਕਿੰਨਾ ਕੁ ਤੁਸੀਂ ਇਹਦੇ ਉੱਪਰ ਸਾਰਾ ਰਾਏ ਲਈ ਹੈਗੀ ਆ? ਕਿੰਨੇ ਕੁ ਵਿਚਾਰ ਤੁਸੀਂ ਸਾਰਿਆਂ ਦੇ ਨਾਲ ਸਾਂਝੇ ਕੀਤੇ ਇਹਦੇ ਬਾਰੇ ਕਿ ਕਿਤੇ ਕੋਈ ਗਲਤੀ ਨਾ ਹੋਵੇ? ਪ੍ਰੂਫ ਰੀਡਿੰਗ ਕਿਹਨਾਂ ਨੇ ਕੀਤੀ ਆ? ਉਹ ਇਦਾਂ ਕਿ ਨਾ, ਜਿੱਥੇ ਅਸੀਂ ਰਹਿੰਦੇ ਹਾਂ ਜਲੰਧਰ ਵਿੱਚ, ਉਹਦੇ ਸਾਡੇ ਬਿਲਕੁਲ ਨਾਲ ਹੀ ਨਾ ਇੱਕ ਡਾਕਟਰ ਜਗਦੀਸ਼ ਵਾਡੀਆ, ਉਹਨਾਂ ਨੇ ਤਕਰੀਬਨ 58 ਕਿਤਾਬਾਂ ਲਿਖੀਆਂ। ਹੁਣ ਤਾਂ ਪੂਰੇ ਹੋ ਗਏ ਨੇ ਪਿੱਛੇ ਜੇ ਕਰੋਨਾ 'ਚ। ਤੇ ਉਹਨਾਂ ਨੇ 58 ਕਿਤਾਬਾਂ ਲਿਖੀਆਂ ਸੀ।
ਔਰ ਉਹਨਾਂ ਕੋਲ ਮੈਂ ਜਾ ਕੇ ਉਹਨਾਂ ਨੇ ਮੇਰੀ ਬੜੀ ਮਦਦ ਕੀਤੀ, ਬਹੁਤ ਜ਼ਿਆਦਾ। ਹੂੰ, ਕੋਈ ਚੀਜ਼ ਮੈਨੂੰ ਚਾਹੀਦੀ ਹੁੰਦੀ ਉਹਨਾਂ ਨੇ ਉਸੇ ਵੇਲੇ ਕਹਿਣਾ ਤੁਸੀਂ ਇੱਦਾਂ ਕਰੋ, ਬਿਕੋਜ਼ ਆਈ ਵਾਜ਼ ਨਾਟ ਪ੍ਰੋਫੈਸ਼ਨਲ। ਤੇ ਪਰ ਮੈਨੂੰ ਜੀ, ਉਹਨਾਂ ਦੀ ਮਦਦ ਨੇ, ਮੈਨੂੰ ਇਹ ਸੀ ਵੀ ਮੈਂ ਕੋਈ ਇਸ ਚੀਜ਼ 'ਚ ਕੋਈ ਕਮੀ ਨਾ ਰਹਿ ਜਾਏ। ਆਈ ਨਿਊ ਦਿਸ ਥਿੰਗ। ਔਰ ਗੂਗਲ ਤੇ ਗਿਆ, ਫਿਰ ਸਾਡੇ ਮੇਰੇ ਇੱਕ ਦੋਸਤ ਸੀ, ਉਹਨਾਂ ਦੇ ਫਾਦਰ ਸੀਗੇ ਇੱਕ ਜਸਵੰਤ ਸਿੰਘ, ਸਰਦਾਰ ਜਸਵੰਤ ਸਿੰਘ, ਰਿਟਾਇਰਡ ਐਕਸੀਅਨ। ਉਹਨਾਂ ਨੇ ਬੜੀਆਂ ਹੂੰ, ਕਿਤਾਬਾਂ ਲਿਖੀਆਂ ਸੀ ਤੇ ਮੈਂ ਉਹਨਾਂ ਕੋਲ ਵੀ ਗਾਏ ਬਗਾਏ ਜਾ ਕੇ ਉਹਨਾਂ ਦੀ ਵੀ ਗਾਈਡੈਂਸ ਲੈਂਦਾ ਸੀ। ਔਰ ਮੈਂ ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਹੜੇ ਹੈਡ ਆਫ ਦਾ ਡਿਪਾਰਟਮੈਂਟ ਇੰਗਲਿਸ਼ ਦੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਸੀ, ਉਹਨਾਂ ਨੇ ਵੀ ਜੀ, ਬੜਾ ਯੋਗਦਾਨ ਪਾਇਆ, ਬਹੁਤ ਜ਼ਿਆਦਾ। ਕਿਉਂਕਿ ਉਹਨਾਂ ਇਦਾਂ ਨਾ ਕਈ ਕਈ ਲੋਕਾਂ ਨੇ, ਔਰ ਆਰਟਿਸਟਾਂ ਦੇ ਵਿੱਚ ਸੁਖਵੰਤ ਸਿੰਘ ਇੱਕ ਆਰਟਿਸਟ ਸੀਗਾ, ਹੁਣ ਉਹ ਵੀ ਨਹੀਂ ਹੈਗੇ, ਲੇਕਿਨ ਉਹਨਾਂ ਨੇ ਵੀ ਮੈਨੂੰ ਬੜੀ ਇੰਨੀ ਮਦਦ ਕੀਤੀ ਬਈ ਮੈਂ ਜੀ, ਕੋਈ ਚੀਜ਼ ਜਿਹੜੀ ਚਾਹੁੰਦਾ ਸੀ ਉਸੇ ਵੇਲੇ ਮੇਰੀ ਉਹ ਕਰ ਦਿੰਦੇ ਸੀ। ਇੱਕ ਹੋਰ ਚੀਜ਼ ਮੈਂ ਕਹਿਣਾ ਚਾਹਨਾ, ਇਹ ਜਿਹੜੀ ਕਿਤਾਬ ਹੈ ਨਾ, ਇਹ ਬਾਬੇ ਨਾਨਕ ਨੇ ਖੁਦ ਬਣਵਾਈ, ਕਿਉਂਕਿ ਮੈਨੂੰ ਕਿਸੇ ਚੀਜ਼ ਦਾ ਵੀ ਕੋਈ ਮੁਸ਼ਕਲ ਨਹੀਂ ਆਈ। ਜਿਸ ਵੀ ਇਨਸਾਨ ਕੋਲ ਮੈਂ ਗਿਆ, ਉਸ ਇਨਸਾਨ ਜੀ, ਨੇ ਮੇਰੀ ਮਦਦ ਕੀਤੀ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਦੱਸ ਦਿੰਦਾ। ਸਾਡੇ ਘਰ ਦੇ ਨਾਲ ਇੱਕ ਮਤਲਬ ਕੈਫੇ ਹੈਗਾ ਜਿਹੜਾ ਕੰਪਿਊਟਰ ਦਾ, ਜਿੱਥੇ ਕੰਪਿਊਟਰ ਦਾ ਹੂੰ, ਸਾਰਾ ਕੰਮ ਹੁੰਦਾ ਹੈ। ਉਹ ਸਾਰਾ ਕੰਮ ਮੈਂ ਉਹਦੇ ਕੋਲ ਕਰਾਂਦਾ ਸੀਗਾ, ਬੰਦੇ ਆਪਣੇ ਉਹਨਾਂ ਕੋਲੋਂ। ਉਸ ਜੀ, ਇਨਸਾਨ ਨੇ, ਮੈਂ ਕਹਿਣਾ ਪੈਸੇ ਕਿੰਨੇ, ਉਹਨਾਂ ਕਹਿਣਾ ਅੰਕਲ ਜੀ ਪੈਸੇ ਨਹੀਂ ਮੈਂ ਲੈਣੇ, ਕਿਉਂਕਿ ਤੁਹਾਡਾ ਕੰਮ ਹੀ ਐਡਾ ਵਧੀਆ। ਸੋ ਐਂਡ ਹੀ ਵਾਜ਼ ਅ ਹੂੰ, ਹਿੰਦੂ ਜੈਂਟਲਮੈਨ। ਔਰ ਜੀ, ਉਹਨੇ ਬੜੀ ਮਤਲਬ ਹਰ ਇੱਕ ਨੇ ਮਦਦ ਕੀਤੀ ਇਹਦੇ 'ਚ। ਇਹ ਨਹੀਂ, ਮੈਨੂੰ ਇਹੀ ਲੱਗਦਾ ਵੀ ਬਾਬੇ ਨਾਨਕ ਦੀ ਜਿਹੜੀ ਬਾਣੀ ਹੈ ਨਾ, ਉਹਨੂੰ ਹਰ ਬੰਦਾ ਪਿਆਰ ਕਰਦਾ, ਹਰ ਇੱਕ ਬੰਦਾ। ਗੁਰੂ ਜੀ, ਨਾਨਕ ਸਾਹਿਬ, ਮੈਂ ਤਿੰਨ ਵਾਰੀ ਮੈਂ ਪਾਕਿਸਤਾਨ ਗਿਆ, ਔਰ ਮੈਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਨੇ, ਔਰ ਮੇਰਾ ਬੜਾ ਹੀ ਮਨ ਖੁਸ਼ ਹੁੰਦਾ। ਔਰ ਮੈਂ ਸਾਰੇ ਜਿਹੜੇ ਇੰਡੀਆ ਦੇ ਆਪਣੇ ਗੁਰਦੁਆਰੇ, ਪਰ ਇਹ ਹੁਣ ਆਪਣੀ ਆਪਣੀ ਜਿਹਨੂੰ ਕਹਿੰਦੇ ਸੋਚ ਹੁੰਦੀ ਹੈ, ਬਟ ਆਈ ਲਾਈਕ ਇਟ ਬਿਲਕੁਲ, ਬਹੁਤ। ਬਣਾ ਕੇ ਮੈਨੂੰ ਜੀ, ਬਹੁਤ ਜੀ, ਤੇ ਆਤਮਕ ਖੁਸ਼ੀ ਹੋਈ ਹੈ। ਜੀ, ਜੀ, ਤੇ ਕਿਤਾਬ ਦੀ ਜੇ ਗੱਲ ਕਰਦੇ ਆ, ਇਹਦੀ ਜਿਹੜਾ ਆਪਾਂ ਇਹਨੂੰ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕਰਦੇ ਆ, ਦਰਸ਼ਕਾਂ ਤੱਕ ਪਹੁੰਚਾਉਣ ਦੀ ਗੱਲ ਕਰਦੇ ਆ, ਤਾਂ ਜੇ ਇਹ ਕਿਤਾਬ ਦੀ ਕਿੰਨੀਆਂ ਕੁ ਕਾਪੀਆਂ ਤੁਸੀਂ ਹੁਣ ਤੱਕ ਬਣਵਾਈਆਂ ਨੇ, ਜਿਹੜੀਆਂ ਇਹ 5 ਭਾਸ਼ਾਵਾਂ ਦੇ ਵਿੱਚ ਕਿਤਾਬਾਂ ਤੁਸੀਂ ਲਿਖੀਆਂ ਨੇ, ਜਾਂ ਟਰਾਂਸਲੇਸ਼ਨ ਹੋਈ ਹੈਗੀ ਆ, ਕਿੰਨੀਆਂ ਕਿਤਾਬਾਂ ਹੁਣ ਤੱਕ ਛਪ ਚੁੱਕੀਆਂ ਨੇ, ਤੇ ਅੱਗੇ ਦਾ ਕੀ ਪਲਾਨ ਆ ਤੁਹਾਡਾ? ਦੇਖੋ, ਇਹਦੀਆਂ 1000 ਕਾਪੀ ਮੈਂ ਛਪਵਾਈ ਹੈ ਫਿਲਹਾਲ। ਔਰ ਜੀ, ਐਕਚੁਅਲੀ ਇਹ ਮੇਰਾ ਜਿਹੜਾ ਆਪਣੀ ਪਲਾਨਿੰਗ ਸੀਗੀ ਅਸਲ ਵਿੱਚ, ਉਹ ਇੰਗਲੈਂਡ ਤੋਂ ਮੈਂ ਜਰਮਨ ਜਾਣਾ ਸੀ, ਜਰਮਨ ਤੋਂ ਇਟਲੀ ਜਾਣਾ ਸੀ, ਕਿਉਂਕਿ ਇਟਲੀ ਹੂੰ, ਦੇ ਵਿੱਚ ਵੀ ਸਾਡੇ ਬੜੇ ਬੰਦੇ ਰਹਿੰਦੇ ਨੇ, ਬਹੁਤ ਜ਼ਿਆਦਾ। ਜਰਮਨ ਵਿੱਚ ਵੀ ਜੀ, ਪਰ ਮੈਂ ਕਰੋਨਾ ਕਰਕੇ ਆ ਗਈ, ਤੇ ਹੁਣ ਮੈਂ ਜਦੋਂ ਥੋੜੀ ਜਦੋਂ ਠੀਕ ਹੋਏਗਾ ਫਿਰ ਮੈਂ ਇੱਕ ਵਾਰ ਚੱਕਰ ਮਾਰਾਂਗਾ। ਲੇਕਿਨ ਇਹ ਵੇ ਕਿ ਹੂੰ, ਇਹ ਜਿਹੜੀ 1000 ਹੈ, ਅਗਰ ਉੱਥੇ ਇੰਡੀਆ ਵਿੱਚ ਵੀ ਕਾਫੀ ਵਿਕ ਗਈ ਹੈ। ਇੱਥੇ ਮੈਂ ਨਾ ਆਪਣੇ ਸਿੱਖ ਮਿਸ਼ਨਰੀ ਸੁਸਾਇਟੀ ਹੈ, ਇਹ ਜੀ, ਲੰਡਨ ਦੇ ਵਿੱਚ, ਇਹ ਆਪਣਾ ਹੈਵਲੌਕ ਗੁਰਦੁਆਰੇ ਦੇ ਨਾਲ ਹੈ, ਉਹਨਾਂ ਦੀ ਸਿੱਖ ਮਿਸ਼ਨਰੀ ਸੁਸਾਇਟੀ ਦੀ ਸ਼ਾਪ ਹੈ। ਉਹਨਾਂ ਨੂੰ ਮੈਂ ਜੀ, ਆਪਣੀ ਦਿੱਤਾ ਵੀ ਤੁਸੀਂ ਆਪਣਾ ਵੇਚੋ, ਤੇ ਤੁਸੀਂ ਮਤਲਬ ਜਿਨ੍ਹਾਂ ਨੂੰ ਚਾਹੀਦੀ ਹੈ ਕਿਤਾਬ ਤੁਸੀਂ ਉਹ ਲੈ ਜਾਓ। ਕਿਉਂਕਿ ਮੇਰੀ ਜਿਹੜੀ ਦੂਸਰੀ ਤੁਸੀਂ ਪਲੈਨਿੰਗ ਬਾਰੇ ਪੁੱਛਿਆ ਹੈ, ਮੇਰੀ ਪਲੈਨਿੰਗ ਹੂੰ, ਇਹ ਹੈਗੀ ਕਿ ਮੈਂ ਚਾਹਨਾ ਦਿਲੋਂ, ਮਤਲਬ ਅਗਰ ਮੇਰੀ ਮਤਲਬ ਹਯਾਤੀ ਰਹੀ ਔਰ ਸਿਹਤ ਰਹੀ, ਤੇ ਮੈਂ ਚਾਹਨਾ ਕਿ ਬਾਬੇ ਨਾਨਕ ਤੇ ਕਿਤਾਬ ਛਪਾਈ ਜਾਏ, ਜਿਹਦੇ 'ਚ ਬਾਬਾ ਨਾਨਕ ਕਿੱਥੇ ਕਿੱਥੇ ਗਏ ਨੇ, ਔਰ ਕਿੱਥੇ ਹੂੰ, ਕਿੱਥੇ ਇਹਨਾਂ ਨੇ ਮਤਲਬ ਕਿਹੜੀ ਕਿਹੜੀ ਬਾਣੀ ਉੱਥੇ ਉਚਰੀ ਹੈ। ਜੀ, ਔਰ ਮੇਰੀ ਉਹ ਕੰਮ ਉਹਦੇ ਤੇ ਚੱਲ ਰਿਹਾ, ਤੇ ਮੇਰਾ ਖਿਆਲ ਹੈ ਹੋਪਫੁਲੀ ਆ ਜਾਏਗੀ। ਲੇਕਿਨ ਇਹ ਕਿ ਸੇਮ ਇਹਦੇ ਨਾਲ ਵੀ ਵੱਡੀ ਬਣਾਉਣੀ ਚਾਹਨਾ, ਔਰ ਹੋਰ ਵੀ ਲੈਂਗੁਏਜ ਇਹਨਾਂ 'ਚ ਪਾਉਣਾ ਚਾਹਨਾ, ਕਿ ਜਿਵੇਂ ਜੀ, ਸਪੈਨਿਸ਼, ਫ੍ਰੈਂਚ, ਮਤਲਬ ਉਰਦੂ, ਔਰ ਹੋਰ ਵੀ ਕਈ ਜਿਹੜੀਆਂ ਦੁਨੀਆ ਦੀਆਂ, ਮਤਲਬ ਜਿਵੇਂ ਚਾਈਨੀਜ਼ ਐਂਡ ਜੈਪਨੀ। ਮਤਲਬ ਹੂੰ, ਠੀਕ ਹੈ, ਇਟ ਟੇਕਸ ਟਾਈਮ, ਪਰ ਇਹ ਚੀਜ਼ ਹੈ ਕਿ ਸਾਡੇ ਇੰਨੀ ਵਧੀਆ ਇੱਕ ਗੁਰਬਾਣੀ ਹੈ, ਉਹ ਗੁਰਬਾਣੀ ਹੂੰ, ਸਾਰੀ ਵਰਲਡ 'ਚ ਪਹੁੰਚਣੀ ਚਾਹੀਦੀ। ਕਈ ਵਾਰੀ ਮੈਂ ਮਤਲਬ ਸੋਚਣਾ ਕਿ ਜੋ ਸਾਡੇ ਸਿੱਖ ਧਰਮ ਵਿੱਚ ਜਾਂ ਜਿਹੜੀ ਸਿੱਖੀਜ਼ਮ ਵਿੱਚ ਹੈ, ਜੋ ਉਹਦਾ ਦਾ ਮੇਨ ਫਿਲਾਸਫੀ, ਉਸ ਹਿਸਾਬ ਨਾਲ ਜੀ, ਤਾਂ ਸਾਰੀ ਦੁਨੀਆ 'ਚ ਇਹਦਾ ਸੰਦੇਸ਼ ਜਾਣਾ ਚਾਹੀਦਾ ਹੈ। ਔਰ ਜੀ, ਸੰਦੇਸ਼ ਤਾਂ ਹੀ ਜਾਏਗਾ ਜੇ ਅਸੀਂ ਇਹਨਾਂ ਨੂੰ ਆਪਣੀਆਂ ਵੱਖ-ਵੱਖ ਲੈਂਗੁਏਜ 'ਚ ਇਹਨੂੰ ਯੂਜ਼ ਕਰਾਂਗੇ ਤੇ।
ਬਣਾਵਾਂਗੇ। ਬਿਲ ਤੇ ਉਹ ਮੈਂ ਕਰ ਬਿਲਕੁਲ। ਲਾਂਗਾ, ਐਸੀ ਗੱਲ ਨਹੀਂ, ਕਿਉਂਕਿ ਜਦੋਂ ਇਨਸਾਨ ਦੇ ਮਨ ਵਿੱਚ ਹੋਵੇ, ਵੈਨ देयर इज ਵਿਲ देयर इज ਵੇ ਤਾਂ ਆਪੇ ਬਣ ਜਾਂਦੀਆਂ ਨੇ। ਮਤਲਬ ਵਿਲ ਹੋਣੀ ਬਿਲ ਚਾਹੀਦੀ ਇਨਸਾਨ ਦੀ, ਸਿੰਸੀਅਰ ਵਿਲ। ਹਾਂਜੀ। ਬਿਲਕੁਲ, ਇਹ ਤਾਂ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈਗੀ ਆ ਕਿ ਆਪਣੇ ਮਨ ਦੀ ਜਿਹੜੀ ਇੱਛਾ ਹੋਣੀ ਚਾਹੀਦੀ ਆ, ਕੰਮ ਚਾਹੇ ਮੁਸ਼ਕਲਾਂ ਆਉਂਦੀਆਂ ਨੇ ਪਰ ਕੰਮ ਹੋ ਜਾਂਦੇ ਨੇ। ਪਰ ਇਹਦੇ ਨਾਲ ਹੀ ਆਪਾਂ ਗੱਲ ਕਰਦੇ ਆ ਕਿ ਜਿਵੇਂ ਤੁਸੀਂ ਦੱਸਿਆ ਕਿ ਸਿੱਖ ਮਿਸ਼ਨਰੀ ਸੁਸਾਇਟੀ ਤੋਂ ਜੇ ਕਿਸੇ ਨੇ ਬੁੱਕ ਲੈਣੀ ਹੋਵੇ ਲੈ ਸਕਦੇ ਆ। ਪਰ ਇਹ ਸਿਰਫ ਜਿਵੇਂ ਮੈਂ ਇਹ ਵੀ ਪੁੱਛਣਾ, ਗੁਰਦੁਆਰਾ ਕਮੇਟੀਆਂ ਦਾ ਕਿੰਨਾ ਕੁ ਸਹਿਯੋਗ ਤੁਹਾਨੂੰ ਮਿਲਦਾ ਹੈਗਾ? ਜੇ ਤੁਸੀਂ ਜਾ ਕੇ ਉਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਇੱਥੇ ਦੇ ਵਿੱਚ ਅੱਗੋਂ ਕਿਹੋ ਜਿਹਾ ਰਿਸਪੌਂਸ ਤੁਹਾਨੂੰ ਮਿਲਦਾ ਹੈਗਾ? ਤੇ ਦੂਸਰੀ ਗੱਲ ਇਹ ਹੈਗੀ ਕਿ ਜਦੋਂ ਜਿਹੜੇ ਸਾਡੇ ਦਰਸ਼ਕ ਨੇ ਜਿਹੜੇ ਉਹਨਾਂ ਤੱਕ ਅਪਰੋਚ ਨਹੀਂ ਕਰ ਸਕਣਗੇ, ਆਨਲਾਈਨ ਕੋਈ ਅਵੇਲੇਬਿਲਿਟੀ ਹੈਗੀ ਇਸ ਬੁੱਕ ਦੀ? ਆਨਲਾਈਨ ਯੈਸ, ਉਹ ਤੁਹਾਨੂੰ ਐਮਾਜ਼ੋਨ ਤੋਂ ਮਿਲ ਸਕਦੀ ਹੈ। ਐਮਾਜ਼ੋਨ ਤੋਂ ਇੱਕ ਕਿਤਾਬ ਪਈ ਹੋਈ ਹੈ, ਉੱਥੇ ਅਗਰ ਕੋਈ ਕਿਸੇ ਨੇ ਚਾਹੀਦੀ ਹੋਵੇ ਉਹਨਾਂ ਨੂੰ ਮਿਲ ਸਕਦੀ ਹੈ ਐਮਾਜ਼ੋਨ। ਜੀ, ਜੀ। ਤੇ ਜਿਵੇਂ ਮੈਂ ਪਹਿਲਾਂ ਪੁੱਛਿਆ ਸੀਗਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਸਹਿਯੋਗ ਤੁਹਾਨੂੰ ਕਿਵੇਂ ਦਾ ਰਿਹਾ ਹੈਗਾ? ਕਿਉਂਕਿ ਜਿਵੇਂ ਆਪਾਂ ਮੇਨ ਜਿਹੜਾ ਸਾਡਾ ਪ੍ਰਚਾਰ ਦਾ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸਿੱਖੀ ਦਾ ਪ੍ਰਚਾਰ ਹੁੰਦਾ ਹੈਗਾ, ਤੇ ਇਹ ਵੀ ਤੁਸੀਂ ਜਿਹੜੀ ਕਿਤਾਬ ਹੈਗੀ ਆ, ਇਹ ਪ੍ਰਚਾਰ ਵਾਸਤੇ ਹੀ ਲਿਖੀ ਹੈਗੀ ਹੈ, ਪ੍ਰਚਾਰ ਵਾਸਤੇ ਹੀ ਤੁਸੀਂ ਦੇ ਰਹੇ ਹੋ। ਤੇ ਉੱਥੇ ਵੀ ਤੁਸੀਂ ਕਿਸੇ ਗੁਰੂ ਘਰ ਦੇ ਵਿੱਚ ਗਏ ਹੋ, ਇੱਥੇ ਲੰਡਨ ਜਾਂ UK ਦੇ ਕਿਸੇ ਹੋਰ ਗੁਰੂ ਘਰਾਂ ਦੇ ਵਿੱਚ ਤੁਸੀਂ ਗਏ ਹੋ ਇਹ ਕਿਤਾਬ ਲੈ ਕੇ, ਤੇ ਉਹਨਾਂ ਦਾ ਰਿਸਪੌਂਸ ਤੁਹਾਨੂੰ ਕਿਹੋ ਜਿਹਾ ਰਿਹਾ? ਹਾਂ, ਉਹ ਇਦਾਂ ਸੀ ਕਿ ਮੈਂ ਗਿਆ ਸੀ ਲੰਡਨ ਗੁਰਦੁਆਰੇ ਆਪਣੇ, ਤੇ ਉਹਨਾਂ ਨੇ ਵੀ ਮੈਨੂੰ ਇਹ ਕਿਹਾ ਸੀ ਵੀ ਤੁਸੀਂ ਸਿੱਖ ਮਿਸ਼ਨਰੀਆਂ ਨਾਲ ਗੱਲ ਕਰੋ ਉਹਨਾਂ ਨਾਲ, ਤੇ ਉਹ ਤੁਹਾਨੂੰ ਜੀ, ਮਤਲਬ ਜ਼ਿਆਦਾ ਗਾਈਡ ਕਰਦੇ। ਲੇਕਿਨ ਉਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ ਸਿੱਖ ਮਿਸ਼ਨਰੀ 'ਚ, ਉਹ ਜਿਹੜੇ ਉੱਥੇ ਜੀ, ਦੇ ਹਾਂਜੀ ਲੋਕ ਹੈਗੇ ਨੇ, ਜਿਹੜਾ ਸਟਾਫ ਹੈ ਜੀ। ਬਹੁਤ ਹੀ ਕੋਆਪਰੇਟਿਵ ਸਟਾਫ ਸੀਗਾ, ਔਰ ਉਹਨਾਂ ਨੇ ਮੈਨੂੰ ਬੜਾ हुँ, ਗਾਈਡ ਕੀਤਾ। ਤੇ ਉਹਨਾਂ ਦੇ ਗਾਈਡੈਂਸ ਦੇ ਸਦਕਾ ਮੈਂ ਨਾ, ਮੇਰੀ ਅੱਗੇ ਵੀ ਕਾਫੀ ਮਤਲਬ ਆ ਰਹੀਆਂ, ਜਿਵੇਂ ਇੰਟਰਵਿਊ ਆਈਆਂ ਸੀਗੀਆਂ ਆਪਣੇ ਕਈ ਰੇਡੀਓ ਤੇ ਕਈ ਟੀਵੀ ਤੇ। ਔਰ ਉਹੀ हुँ, ਚੀਜ਼ ਹੈ ਕਿ ਜਦੋਂ ਲੋਕਾਂ ਨੂੰ ਪਤਾ ਲੱਗੇਗਾ, ਮੇਰਾ ਕੁਝ ਕੰਮ ਜਿਹੜਾ ਕੀਤਾ ਹੈ ਅਗਰ ਪਤਾ ਲੱਗੇਗਾ, ਤੇ ਤਾਂ ਹੀ ਲੋਕੀ ਮਤਲਬ ਇਹਨੂੰ ਵੇਖਣਗੇ ਜਾਂ ਲੈਣਗੇ। ਕਿਉਂਕਿ ਮੈਂ ਇਹ बिल्कुल, ਕੋਈ, ਮੈਂ ਇਹ ਚਾਹੁੰਦਾ ਕਿ ਜਿਹੜੀ ਅਗਲੀ ਜਿਹੜੀ ਕਿਤਾਬ ਹੈ ਨਾ, ਉਹ ਮੈਂ जी, ਇਹ ਕਿਤਾਬ ਦੇ ਮਤਲਬ ਵਿਕਣ ਤੋਂ ਬਾਅਦ ਮੈਂ ਕਰਾਂਗਾ। ਕਿਉਂਕਿ ਉਹ ਮੈਂ जी, ਕਿਤਾਬ ਉਹ ਬੜਾ ਵੱਡਾ ਪ੍ਰੋਜੈਕਟ ਹੈ, ਜਿਹਦੇ 'ਚ ਇੰਨੀਆਂ हुँ, ਮਤਲਬ ਲੈਂਗੁਏਜ ਆਉਣਗੀਆਂ, ਔਰ जी, ਬਹੁਤ ਵੱਡੀ ਕਿਤਾਬ ਵੀ ਦਾ ਸਾਈਜ਼ ਵੀ ਵੱਡਾ ਹੋਏਗਾ, ਔਰ ਉਹਦੀ ਜਿਹੜੀ ਉਹ ਉਹਨੂੰ ਬਣਾਉਣ 'ਤੇ ਟਾਈਮ ਵੀ ਲੱਗੇਗਾ। ਪਰ ਮੈਨੂੰ ਕੋਈ ਨਹੀਂ ਬਾਈ, ਟਾਈਮ ਤਾਂ ਪਰਮਾਤਮਾ ਦੇਗਾ ਜੋ ਉਹਦੀ ਮਤਲਬ ਵਿਲ ਹੈ। ਲੇਕਿਨ ਇਹ ਵੇ ਕਿ ਮੇਰੇ जी। ਦਿਲ ਦੀ ਇਹ ਇੱਛਾ। ਜੀ। ਸੋ ਇਹਦੇ ਨਾਲ ਹੀ ਇਸਮਾਲ ਸਿੰਘ ਜੀ ਇੱਕ ਹੋਰ ਗੱਲ ਮੇਰੇ ਜ਼ਿਹਨ ਦੇ ਵਿੱਚ ਆਈ ਸੀਗੀ ਕਿ ਜਦੋਂ ਤੁਸੀਂ ਕਿਤਾਬ ਇਹ ਲਿਖੀ ਆ ਜਾਂ ਇਹਨੂੰ ਤੁਸੀਂ ਛਪਵਾਇਆ ਜਾਂ ਫਿਰ ਤੁਸੀਂ ਜਿਵੇਂ ਕਿਹਾ ਕਿ ਬਹੁਤ ਵਧੀਆ ਪੰਨੇ ਤੇ ਇਹਨੂੰ ਛਪਵਾਇਆ ਗਿਆ ਤੇ ਉਹਦੇ ਲਈ ਖਰਚਾ ਵੀ ਬਹੁਤ ਆਇਆ ਹੋਣਾ ਕਿ ਕੋਈ ਕਿਸੇ ਪਾਸੋਂ ਜਾਂ ਫਿਰ ਤੁਸੀਂ ਆਪਣੇ ਕੋਲੋਂ ਹੀ ਕੀਤਾ? ਨਹੀਂ, ਇਹ ਮੈਂ ਆਪਣੇ ਕੋਲੋਂ ਹੀ ਕੀਤਾ, ਕਿਉਂਕਿ ਮੇਰਾ ਦੇਖੋ ਸ਼ੌਂਕ ਹੂੰ, ਮੇਰਾ ਸੀਗਾ, ਔਰ ਮੈਨੂੰ ਮੇਰੇ ਦਿਲ ਦੀ ਇੱਛਾ ਸੀ, ਤੀਵਰ ਇੱਛਾ ਸੀ। ਤੇ ਜੀ, ਮੈਂ ਇਹਨੂੰ ਕਵਾਂਗਾ ਤੇ ਅਗਲਾ ਕਹੇਗਾ ਜੀ ਤੁਸੀਂ ਅੱਗੇ ਕੋਈ ਕਿਤਾਬ ਛਪਾਈ ਹੈ, ਅਸੀਂ ਤੁਹਾਨੂੰ ਹੂੰ, ਫਾਈਨਾ। ਕਈ ਮੇਰੇ ਦੋਸਤਾਂ ਨੇ ਮੈਨੂੰ ਕਿਹਾ, ਮੈਨੂੰ ਉਹ ਕਹਿੰਦੇ ਹੂੰ, ਸੀਗੇ, ਇੱਕ ਸਾਡੇ ਉੱਥੇ ਸੀਗੇ ਦੋਸਤ ਜਿਹੜੇ ਫਾਈਨਾਂਸ ਦਾ ਹੀ ਕੰਮ ਕਰਦੇ ਸੀ, ਤੇ ਉਹਨਾਂ ਮੈਨੂੰ ਕਿਹਾ ਸੀ ਜੇ ਕੋਈ ਮੇਰੇ ਵੱਲੋਂ ਸੇਵਾ ਹੈਗੀ। ਮੈਂ ਕਿਹਾ ਨਹੀਂ, ਮੈਂ ਕਿਹਾ ਫਿਲਹਾਲ ਮੈਂ ਕਰ ਸਕਣਾ, ਇਸ ਕਿਤਾਬ ਦੇ ਛਪ ਜਾਏ, ਇਸ ਤੋਂ ਵਿਕਣ ਤੋਂ ਬਾਅਦ ਜਿਹੜੀਆਂ ਫਿਰ ਕਿਤਾਬਾਂ ਬਣਨਗੀਆਂ ਉਹ ਬਾਬੇ ਦੇ ਮਾਇਆ ਨਾਲ ਹੀ ਬਣਨਗੀਆਂ, ਤੇ ਫਿਰ ਉਸ ਤੋਂ ਜੀ। ਬਾਅਦ ਚੱਲੇ। ਹਾਂਜੀ। ਜੀ, ਬਹੁਤ ਵਧੀਆ ਤੁਸੀਂ ਜਿਹੜੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ, ਉਹ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਹੋਰ ਵੀ ਅਜਿਹੀਆਂ ਕਿਤਾਬਾਂ ਲੈ ਕੇ ਆਓ। ਤੇ ਨਾਲ ਦੀ ਨਾਲ ਅਖੀਰ ਦੇ ਵਿੱਚ ਦਰਸ਼ਕਾਂ ਦੇ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਇਹ ਤਾਂ ਆਪਾਂ ਦੱਸ ਹੀ ਦਿੱਤਾ ਹੈਗਾ ਕਿ ਜੇ ਉਹਨਾਂ ਨੇ ਕਿਤਾਬ ਖਰੀਦਣੀ ਹੋਵੇ ਤਾਂ ਸਿੱਖ ਮਿਸ਼ਨਰੀ ਸੁਸਾਇਟੀ ਨੂੰ ਸੰਪਰਕ ਕਰ ਸਕਦੇ ਆ। ਤੇ ਹੋਰ ਕੀ ਸੁਨੇਹਾ ਜਿਹੜਾ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਚੈਨਲ ਦੇ ਮਾਧਿਅਮ ਹਾਂਜੀ, ਉਹ ਇਹ ਵੇ ਕਿ ਅਸਲ ਦੇ ਵਿੱਚ ਮੇਰੀ ਜਿਹੜੀ ਮਨਸ਼ਾ ਲਿਖਣ ਦੀ ਕਿਤਾਬ ਹੈ, ਉਹ ਹੈ ਕਿ ਜਿਹੜੀ ਸਾਡੀ ਅੱਗੋਂ ਜਿਹੜੀ ਜਨਰੇਸ਼ਨਸ ਹੈ, ਜਿਹੜੀ ਪਨੀਰੀ ਹੈ, ਸਾਡੇ ਸਿੱਖ ਬੱਚੇ ਨੇ, ਔਰ ਜਾਂ ਜਿਹੜੇ ਪੰਜਾਬੀ ਨੇ, ਉਹ ਜਿਹੜੇ ਨੇ ਉਹ ਆਪਣੇ ਕਲਚਰ ਨੂੰ ਨਾ ਭੁੱਲਣ, ਗੁਰਬਾਣੀ ਨੂੰ ਨਾ ਭੁੱਲਣ। ਔਰ ਉਹ ਇਹਨਾਂ ਨੂੰ, ਉਹਨਾਂ ਦੇ ਮਾਪਿਓ ਆਪਣੇ ਕੋਲ ਕਿਤਾਬ ਖਰੀਦਣ, ਔਰ ਉਹਨਾਂ ਵਾਸਤੇ ਇੱਕ ਵਡਮੁੱਲਾ ਪ੍ਰਾਈਜ਼ ਹੋਏਗਾ, ਬਹੁਤ ਵੱਡਾ। ਕਿਉਂਕਿ ਤੁਸੀਂ ਦੇਖੋਗੇ ਜਦੋਂ ਕਿਤਾਬ ਨੂੰ, ਮੇਰੇ ਕਿਹਾ ਨਹੀਂ, ਤੁਸੀਂ ਪੜ੍ਹੋਗੇ ਫਿਰ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗੇਗਾ ਵੀ ਕਿਤਾਬ ਕਿੰਨੀ ਉਹਨਾਂ ਦੇ ਬੈਨੀਫਿਟਡ ਹੋ ਸਕਦੀ ਹੈ। ਤੇ ਇਹ ਜੀ। ਕਿਤਾਬ ਮੈਂ ਤਾਂ ਇਹ
ਕਹਾਂਗਾ ਕਿ ਸਾਰੇ ਜਣੇ ਆਪਣੇ ਬੱਚਿਆਂ ਨੂੰ ਪੜ੍ਹਾਓ, ਕਿਉਂਕਿ ਅੱਜ ਦੇ ਜਿਹੜੇ ਸਾਡੇ ਬੱਚੇ ਨੇ, ਤੁਸੀਂ ਮੈਨੂੰ ਇੱਥੇ ਇੰਗਲੈਂਡ 'ਚ ਆ ਕੇ ਨਾ ਬੜੀ ਖੁਸ਼ੀ ਹੁੰਦੀ ਏ ਬਈ ਇੱਥੇ ਜਿਹੜੀ ਸਿੱਖੀ ਸਰੂਪ ਹੈ ਨਾ, ਉਹ ਜਿੱਥੇ ਵੀ ਹੈਗਾ ਬੜਾ ਹੀ ਵਧੀਆ ਹੈ। ਮਗਰ ਸਾਡੇ ਹਿੰਦੁਸਤਾਨ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ ਹੈ ਪਿੰਡਾਂ 'ਚ, ਇਹ ਉਹ ਮਤਲਬ ਜਿਹੜੀ ਉੱਥੇ ਸਿੱਖੀ ਸਰੂਪ ਦਾ ਥੋੜ੍ਹੀ ਜਿਹੀ ਪ੍ਰੋਬਲਮ ਆਈ ਹੈ। ਬਾਕੀ ਸਿੱਖੀ ਬੜੀ ਹੈ, ਉਹ ਜਿਹੜੇ ਲੋਕ ਨਹੀਂ ਵੀ ਜਿਨ੍ਹਾਂ ਦਾ ਸਿੱਖੀ ਸਰੂਪ, ਪਰ ਉਹ ਸਿੱਖ ਵੀ ਬੜੇ ਨੇ, ਸਾਡੇ ਨਾਲ ਵੀ ਇਹ ਚੰਗੇ ਨੇ, ਲੇਕਿਨ ਸਿੱਖੀ ਸਰੂਪ ਜਿਹੜਾ ਹੋਣਾ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਸਾਨੂੰ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜਾ ਦਿੱਤਾ, ਸਾਡਾ ਸਰੂਪ ਦਿੱਤਾ ਹੈ, ਉਹ ਬੜੀ ਵੱਡੀ ਚੀਜ਼ ਦਿੱਤੀ ਸਾਨੂੰ, ਦੁਨੀਆ 'ਚ ਇੱਕ ਅਨੋਖਾ ਬਣਾਇਆ, ਔਰ ਵੀ ਆਰ ਪ੍ਰਾਊਡ ਆਫ ਦੈਟ। ਅਸੀਂ ਉਹਨਾਂ ਜੀ ਨੂੰ ਬੜਾ ਬਹੁਤ, ਉਹਨਾਂ ਨੇ ਇਸ ਸਿੱਖੀ ਵਾਸਤੇ ਹੀ ਆਪਣਾ ਸਰਬੰਸ ਦਾਨ ਕਰ ਦਿੱਤਾ, ਹਰ ਚੀਜ਼ ਉਹਨਾਂ ਨੇ ਦਾਨ ਕਰਕੇ ਉਹ ਸਾਨੂੰ, ਉਹਨਾਂ ਨੇ ਇੱਕ ਇੱਕ ਇੱਥੇ ਦੁਨੀਆ ਦੇ ਵਿੱਚ ਇੱਕ ਮਹਾਨ ਕੌਮ ਬਣਾਇਆ ਹੈ। ਯੈਸ। ਜੀ ਜੀ, ਬਹੁਤ-ਬਹੁਤ ਧੰਨਵਾਦ ਸੁਖਪਾਲ ਸਿੰਘ ਜੀ ਤੁਹਾਡਾ। ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਉਮੀਦ ਕਰਦੇ ਸਾਡੇ ਦਰਸ਼ਕਾਂ ਨੂੰ ਵੀ ਅੱਜ ਤੁਹਾਡੇ ਨਾਲ ਜਿਹੜੀ ਗੱਲਬਾਤ ਹੋਈ ਆ ਬਹੁਤ ਵਧੀਆ ਲੱਗੀ ਹੋਵੇਗੀ। ਕਿਤੇ ਕਿਤਾਬ ਲਈ ਵੀ ਅਸੀਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਜ਼ਰੂਰ ਤੁਸੀਂ ਇਹਨੂੰ ਇੱਕ ਵਾਰ ਪੜ੍ਹ ਕੇ ਦੇਖੋ, ਆਪਣੇ ਬੱਚਿਆਂ ਨੂੰ ਵੀ। ਖਾਸ ਤੌਰ ਤੇ ਇਹਨਾਂ ਨੇ ਇਹ ਜਿਹੜਾ ਉਪਰਾਲਾ ਕੀਤਾ ਬੱਚਿਆਂ ਦੇ ਲਈ ਕੀਤਾ ਕਿ ਬੱਚੇ ਜਿਹੜੇ ਹੈਗੇ ਆ ਉਹ ਪੜ੍ਹਨ ਦੀ ਬਜਾਏ ਤਸਵੀਰਾਂ ਦੇਖ ਕੇ ਸਮਝ ਉਹਨਾਂ ਨੂੰ ਜ਼ਿਆਦੇ ਆਉਂਦੀ ਆ। ਸੋ ਇਸੇ ਕਰਕੇ ਇਹਨਾਂ ਦਾ ਜਿਹੜਾ ਇੰਨਾ ਜ਼ਿਆਦੇ ਵਧੀਆ ਐਫਰਟ ਕੀਤਾ ਹੈਗਾ, ਜੋ ਮਿਹਨਤ ਕੀਤੀ ਹੈਗੀ ਆ, ਚਿੱਤਰਕਾਰੀ ਦੇ ਰਾਹੀਂ ਗੁਰਬਾਣੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਸੋ ਉਹਦੇ ਲਈ ਸਾਡਾ ਇਹਨਾਂ ਦਾ ਸਾਥ ਦੇਣਾ ਬਹੁਤ ਜ਼ਿਆਦੇ ਜ਼ਰੂਰੀ ਬਣ ਜਾਂਦਾ ਹੈ। ਸੋ ਬਹੁਤ-ਬਹੁਤ ਧੰਨਵਾਦ ਸੁਖਪਾਲ ਸਿੰਘ ਜੀ ਤੁਹਾਡਾ ਤੇ ਬਹੁਤ-ਬਹੁਤ ਜਾਣ ਧੰਨਵਾਦ ਤੋਂ ਜੀ। ਸੋ ਜੀ, ਜਾਣ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਸੀ, ਕਿਉਂਕਿ ਜਿਸ ਵੇਲੇ ਜੀ, ਅਸੀਂ ਬੱਚੇ ਸੀ ਤੇ ਅਸੀਂ ਚੰਦਾ ਮਾਮਾ ਇੱਕ ਕਿਤਾਬ ਆਉਂਦੀ ਸੀ, ਉਹ ਪੜ੍ਹਦੇ ਹੁੰਦੇ ਸੀ, ਔਰ ਚੰਦਾ ਮਾਮਾ ਜੀ, ਦੇ ਵਿੱਚ ਤਸਵੀਰਾਂ ਸੀ, ਔਰ ਤਸਵੀਰਾਂ ਦੇ ਥੱਲੇ ਵਿਆਖਿਆ ਹੁੰਦੀ ਸੀ, ਉਹ 28 ਜ਼ੁਬਾਨਾਂ 'ਚ ਹੁੰਦੀ ਸੀ, ਔਰ ਅਸੀਂ ਵੀ ਆਰ ਵੇਟਿੰਗ ਫਾਰ ਦੈਟ, ਅਸੀਂ ਵੇਟ ਕਰਦੇ ਸੀ ਕਦੋਂ ਉਹ ਕਿਤਾਬ ਆਉਂਦੀ ਏ ਤੇ ਕਦੋਂ ਅਸੀਂ ਵੇਖੀਏ। ਤੇ ਬਚਪਨ ਤਾਂ ਹਰੇਕ ਇਨਸਾਨ ਦਾ ਹੀ ਇਦਾਂ ਹੁੰਦਾ ਹੈ, ਤੇ ਉਹ ਤਸਵੀਰਾਂ ਨੂੰ ਜ਼ਿਆਦਾ ਪਿਆਰ ਕਰਦਾ ਹੈ। ਮੈਂ ਸਾਰਿਆਂ ਅੱਗੇ ਬੇਨਤੀ ਇਹ ਹੈ ਕਿ ਇਸ ਤਸਵੀਰਾਂ ਦੇ ਗੁਰਬਾਣੀ ਨੂੰ ਤਸਵੀਰਾਂ ਰਾਹੀਂ ਵੇਖ ਕੇ ਬੱਚੇ ਉਹਨਾਂ ਦਾ ਬਹੁਤ ਫਾਇਦਾ ਉਠਾਉਣਗੇ, ਔਰ ਹਰੇਕ ਨੂੰ ਇਹ ਕਿਤਾਬ ਖਰੀਦਣੀ ਚਾਹੀਦੀ, ਲੈਣੀ ਚਾਹੀਦੀ। ਜੀ, ਬਹੁਤ-ਬਹੁਤ ਧੰਨਵਾਦ ਜੀ। ਸੋ ਬਿਲਕੁਲ ਜੀ, ਸ਼ੋਅ ਦੀ ਸਮਾਪਤੀ ਦਾ ਸਮਾਂ ਹੋ ਚੱਲਿਆ ਤੇ ਹੁਣ ਵੱਧਦੇ ਹਾਂ ਜੀ ਸਮਾਪਤੀ ਵੱਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਫਿਰ ਮਿਲਾਂਗੇ। ਸੋ ਇੱਥੇ ਫਤਿਹ ਦੀ ਸਾਂਝ ਪਾਉਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸਿਰ ਵਾਹਿਗੁਰੂ ਜੀ ਕੀ ਫਤਿਹ।